ਜਿਹੜਾ ਹੁਣ ਸ਼ਬਦ ਪੜ੍ਹਨੇ ਆ ਕਿ ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ, ਨਿਰਭਉ ਭੈ ਮਨ ਹੋਏ। ਹੁਣ ਅਖਰੀ ਅਰਥ ਦੇ ਕੀ ਬਣ ਗਏ ਜੀ? ਨਿਰਭਉ ਭੈ ਮਨ ਹੋਏ। ਅਖਰੀ ਅਰਥ ਇਹ ਬਣ ਗਏ ਨਿਰਭੈ ਹੋਏ ਤੇ ਅੰਦਰ ਭੈ ਆ ਗਿਆ। ਅਰਥ ਇਹ ਬਣ ਗਏ ਨਾ ਜੀ, ਨਿਰਭਉ ਭੈ ਮਨ ਹੋਏ। ਨਹੀਂ ਨਹੀਂ, ਇਹਦੇ ਅਰਥ ਕਰੀਏ ਨਿਰਭਉ ਭੈ ਮਨ ਹੋਏ। ਭੈ ਮਨ ਅਨਵੈ ਅਰਥ। ਪੁਰਾਣੇ ਸੰਪਰਦਾਇ ਮਹਾਂਪੁਰਖ ਅਨਵੈ ਅਰਥ ਕਰਦੇ ਹੁੰਦੇ ਸਨ। ਅੱਜ ਤਾਂ ਪਤਾ ਵੀ ਨਹੀਂ ਕਈਆਂ ਨੂੰ ਅਨਵੈ ਅਰਥ ਕੀ ਹੁੰਦੇ ਨੇ। ਹੁਣ ਜਿਵੇਂ ਮੰਨ ਲਓ ਇੱਕ ਸ਼ਬਦ ਹੈ ਜੀ, ਰਾਖੋ ਕੰਧ ਉਸਾਰੋ ਨੀਵਾਂ, ਇਹਦੇ ਅਨਵੈ ਅਰਥ ਹੋਣਗੇ। ਅਸੀਂ ਕਦੀ ਕਿਹਾ ਵੀ ਅੱਜ ਅਸੀਂ ਇਹ ਰਾਖੋ ਕੰਧ, ਅਸੀਂ ਕੰਧ ਰੱਖਣ ਲੱਗੇ ਹਾਂ ਤੇ ਨੀਂਹ ਉਸਾਰਨ ਲੱਗੇ ਹਾਂ? ਰੱਖੀ ਤਾਂ ਨੀਂਹ ਜਾਂਦੀ ਹੈ ਨਾ, ਕਹਿੰਦੇ ਆ ਨੀਂਹ ਰੱਖ ਦਿੱਤੀ, ਹੁਣ ਕੱਲ੍ਹ ਨੂੰ ਕੰਧਾਂ ਆਪੇ ਉਸਰ ਜਾਣਗੀ। ਪਰ ਇੱਥੇ ਸ਼ਬਦ ਵਰਤਿਆ ਗਿਆ ਰਾਖੋ ਕੰਧ ਉਸਾਰੋ ਨੀਵਾਂ। ਇਹਦੇ ਅਨਵੈ ਅਰਥ ਨੇ ਵਿਆਖਿਆਕਾਰ ਕਰਦੇ ਹੁੰਦੇ ਸਨ ਕਿ ਅਨਵੈ ਦਾ ਅਰਥ ਹੈ ਕਿ ਤੁਕਾਂਤ ਲਈ, ਕਵਿਤਾ ਦੇ ਬੋਲ ਲਈ ਜਿਹੜੇ ਲਫ਼ਜ਼ ਅੱਗੇ ਪਿੱਛੇ ਨੇ ਉਹਨਾਂ ਨੂੰ ਬਰਾਬਰ ਕਰਕੇ ਅਰਥ ਕਰਨੇ, ਪਰ ਕੱਟਣੇ ਨਹੀਂ। ਹੁਣ ਇੱਥੇ ਅਨਵੈ ਅਰਥ ਹੋਣਗੇ ਕਿ ਰਾਖੋ ਨੀਵਾਂ ਉਸਾਰੋ ਕੰਧ, ਅਨਵੈ ਅਰਥ ਨੇ। ਹੁਣ ਨਿਰਭਉ ਭੈ ਮਨ ਹੋਏ। ਭੈ ਮਨ ਹੋਏ ਦਾ ਅਰਥ ਕਿ ਜਿਸ ਦਿਨ ਪਰਿਪੂਰਨ ਪਰਮਾਤਮਾ ਦਾ ਭੈ ਮਨੁੱਖ ਦੇ ਮਨ ਵਿੱਚ ਆ ਗਿਆ, ਚੇਤੇ ਰੱਖਿਓ ਉਸ ਤੋਂ ਬਾਅਦ ਇਨਸਾਨ ਸੰਸਾਰ ਵੱਲੋਂ ਨਿਰਭਉ ਹੋ ਗਿਆ। ਨਿਰਭਉ ਭੈ ਮਨ ਹੋਏ, ਹਉ ਮੈਂ ਮੈਲ ਗਵਾਇਆ ਬਲਰਾਮ ਜੀਓ। ਫਿਰ ਅੱਗੇ ਸਤਿਗੁਰੂ ਕਹਿੰਦੇ ਨੇ ਨਿਰਮਲ ਭਉ 'ਚ ਅੰਗ ਸੰਗਤਾ ਮਹਿਸੂਸ ਹੁੰਦੀ। ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖੈ ਰਾਮ ਅਧੂਰੇ, ਹਰ ਆਤਮ ਰਾਮ ਪਸਾਰਿਆ ਸੁਆਮੀ, ਸਰਬ ਰਿਹਾ ਭਰਪੂਰੇ। ਮੈਂ ਜ਼ਿਆਦਾ ਇਹਦੇ ਅਰਥ ਨਹੀਂ, ਆਤਮ ਵਾਲਾ ਪਸਾਰਾ ਹੀ ਸਰਬ ਭਰਪੂਰੇ ਹੈ। ਜਿਹਨੂੰ ਆਤਮ ਪਸਾਰੇ ਦਾ ਪਤਾ ਨਹੀਂ ਲੱਗਾ, ਉਹਨੂੰ ਸੰਸਾਰ ਦੇ ਪਸਾਰੇ ਦਾ ਕੀ ਪਤਾ ਲੱਗਣਾ। ਹਜ਼ੂਰ ਨੇ ਸ਼ਬਦ ਵਰਤੇ ਭਾਈ, ਜਿਹਦੇ ਜੋ ਵੀ ਪੈਦਾ ਹੋਇਆ ਹਰ ਇੱਕ ਦੇ ਸਿਰ ਦੇ ਉੱਤੇ ਪਰਮਾਤਮਾ ਨੇ ਆਪਣੇ ਨੇਮ, ਆਪਣੇ ਭੈ ਦਾ, ਇਹ ਕਹਿ ਲਈਏ ਵੀ ਇੱਕ ਡੰਡਾ ਰੱਖਿਆ ਹੋਇਆ। ਡੰਡਾ ਸ਼ਬਦ ਵੀ ਸੌਖਾ, ਉਹਦੇ ਭੈ ਤੋਂ ਬਾਹਰ ਤਾਂ ਕੋਈ ਹੈ ਹੀ ਨਹੀਂ। ਇਨਸਾਨ ਭਾਵੇਂ ਕਹੀ ਜਾਂਦਾ ਨਹੀਂ ਜੀ ਮੈਂ ਨਹੀਂ ਹੁਕਮ ਨੂੰ ਮੰਨਦਾ, ਮੈਂ ਨਹੀਂ ਰਜਾ ਨੂੰ ਮੰਨਦਾ। ਚੇਤੇ ਰੱਖਿਓ ਅਸੀਂ ਕਹਿੰਦੇ ਹੋਏ ਵੀ ਉਸ ਦੇ ਹੁਕਮ ਨੂੰ ਮੰਨੀ ਜਾ ਰਹੇ ਹਾਂ। ਜਿੰਨੇ ਅਸੀਂ ਬੈਠੇ ਹਾਂ ਕੀ ਨਹੀਂ ਮੰਨਦੇ ਪਏ? ਜਦੋਂ ਜਨਮ ਹੋਇਆ ਉਦੋਂ ਪਹਿਲਾਂ ਹੁਕਮ ਸੀ ਇੱਕ ਨਿੱਕਾ ਜਿਹਾ ਸੈਲੇ, ਉਹਦੇ ਵਿੱਚੋਂ ਵਿਸਤਾਰ ਹੋਇਆ। ਉਹਦੇ ਹੁਕਮ 'ਚ ਬਚਪਨ, ਜਵਾਨੀ ਕਿਦਾਂ ਚਿੱਤ ਕਰਦਾ ਮੈਂ ਜਵਾਨੀ ਦੀ ਤਾਕਤ ਤੇ ਜਵਾਨੀ ਦੇ ਦਿਨਾਂ ਨੂੰ ਗਵਾ ਦਿਆਂ। ਬੰਦਾ ਜਿਤਨੀਆਂ ਮਰਜ਼ੀ ਲੱਤਾਂ ਮਾਰੀ ਜਾਏ, ਸੱਚ ਐਵੇਂ ਉਹ ਧੱਕੋ ਧੱਕੀ ਅਦ੍ਰਿਸ਼ਟ ਆਪਣੇ ਹੁਕਮ ਨਾਲ ਚਲਾਉਂਦਾ, ਬੰਦੇ ਨੂੰ ਉੱਥੇ ਲਿਆ ਟਿਕਾਉਂਦਾ ਜਿੱਥੇ ਉਹਦਾ ਆਖਰੀ ਦਿਨ ਆਉਂਦਾ ਹੁੰਦਾ। ਇਹ ਅਚੇਤ ਆਪਣੇ ਆਪ ਉਹਦਾ ਹੁਕਮ ਚੱਲਦਾ ਪਏ। ਜਿਹਨੂੰ ਸਤਿਗੁਰੂ ਨੇ ਕਿਹਾ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਮੈਂ ਦੋ ਕੁ ਪ੍ਰਮਾਣ ਸਿਰਫ ਭੈ ਬਾਰੇ ਹੋਰ ਦਿਆਂਗਾ। ਗੁਰੂ ਗ੍ਰੰਥ ਸਾਹਿਬ 'ਚ ਇੱਕ ਬੋਲ ਹੈ, ਕਬੀਰ ਭਲੀ ਭਰੀ ਜੋ ਭਉ ਭਰਿਆ। ਚੇਤੇ ਰੱਖਿਓ, ਭਲੀ ਭਰੀ ਬੜਾ ਚੰਗਾ ਹੋ ਗਿਆ, ਜੋ ਭਉ ਭਰਿਆ ਜਦੋਂ ਡਰ ਪੈਦਾ ਹੋ ਗਿਆ ਕਿਹਦਾ? ਵਾਹਿਗੁਰੂ ਦਾ। ਸਗਲਿਆਂ ਭਉ ਲਿਖਿਆ ਸਰਲੇਖ, ਕਬੀਰ ਭਲੀ ਭਈ ਜੋ ਭਉ ਭਰਿਆ, ਦਿਸ਼ਾ ਗਈ ਸਭ ਭੂਲ, ਔਰਾਂ ਗਰ ਪਾਣੀ ਭਇਓ, ਜਾਏ ਮਿਲਿਓ ਢਲ ਕੂਲ। ਇਹਦੇ ਅਰਥ ਥੋੜ੍ਹੇ ਜਿਹੇ ਕਰ ਲਈ ਅਸੀਂ। ਕਹਿੰਦੇ ਚੰਗਾ ਹੋਇਆ ਜਿੱਦਣ ਦਾ ਪਰਮਾਤਮਾ ਦਾ ਭੈ ਮੇਰੇ ਅੰਦਰ ਆ ਗਿਆ, ਬਾਕੀ ਸਭ ਕੁਝ ਭੁੱਲ ਗਿਆ। ਦਿਸ਼ਾ ਗਈ ਸਭ ਭੂਲ। ਕਿਵੇਂ ਭੈ ਜਿਹੜਾ ਬਾਕੀਆਂ ਗੱਲਾਂ ਨੂੰ ਭੁਲਾ ਦਿੰਦਾ? ਕਿਉਂਕਿ ਭੈ ਵਿੱਚ ਰਹਿਣ ਵਾਲਾ ਖੱਬੇ ਸੱਜੇ ਦੇ ਕਬਾੜ ਨੂੰ ਮਨ ਨੇੜੇ ਆਉਣ ਨਹੀਂ ਦਿੰਦਾ। ਇਹਨੂੰ ਸ਼੍ਰੀਮਾਨ ਭਾਈ ਵੀਰ ਸਿੰਘ ਉਹਨਾਂ ਨੇ ਬੜਾ ਸੋਹਣਾ ਵਿਆਖਿਆ ਕਰਦਿਆਂ ਲਿਖਿਆ ਸੀ। ਉਹ ਕਹਿੰਦੇ ਨੇ ਇੱਕ ਇਨਸਾਨ ਕਿਸੇ ਦੇ ਘਰ ਸੰਨ ਲਾ ਰਿਹਾ, ਚੋਰੀ ਕਰਨ ਗਿਆ, ਐ ਬੇਖੌਫ ਹੋ ਕੇ ਉਹ ਪੱਟੀ ਜਾ ਰਿਹਾ ਕੰਧ ਨੂੰ, ਇੱਟਾਂ ਨੂੰ। ਅਚਨਚੇਤ ਚੌਂਕੀਦਾਰ ਆ ਗਿਆ, ਉਹਨੇ ਦੂਰੋਂ ਵਿਸਲ ਸੀਟੀ ਮਾਰੀ ਤੇ ਸੋਟਾ ਜ਼ਮੀਨ ਦੇ ਉੱਤੇ ਪਟਕਾ ਕੇ ਮਾਰਿਆ। ਇੱਕੋ ਦਮ ਜਿਹੜਾ ਸੰਨ ਲਾਉਣ ਆਇਆ ਸੀ ਪਿਆਰੇ ਨੂੰ, ਸੰਨ ਲਾਉਣਾ ਭੁੱਲ ਗਿਆ। ਕਿਉਂ? ਹਾਲਾਂ ਸਿਰਫ ਉਹਦੇ ਕੰਨਾਂ 'ਚ ਆਵਾਜ਼ ਪਈ। ਕਹਿੰਦਾ ਇੱਕ ਬਾਪ ਇਨਸਾਨ ਵਿਸ਼ੇ ਪਾਪ ਕਰਨ ਜਾ ਰਿਹਾ, ਉਹਦੇ ਕੰਨਾਂ ਵਿੱਚ ਬਾਹਰੋਂ ਕਿਸੇ ਦੇ ਖੜਾਕ ਦੀ ਆਵਾਜ਼ ਸੁਣਾਈ ਦਿੱਤੀ। ਉਹਨੂੰ ਮੰਦ ਕਰਮ ਕਰਨਾ ਭੁੱਲ ਗਿਆ। ਕਹਿਣ ਲੱਗੇ ਸ਼ੁਕਰ ਹੈ ਪਰਮਾਤਮਾ ਦਾ ਜਿਹਦੇ ਅੰਦਰ ਰੱਬ ਦਾ ਭੈ ਪੈਦਾ ਹੋ ਜਾਏ, ਉਹਨੂੰ ਖੱਬੇ ਸੱਜੇ ਦੇ ਪਾਪ ਵੀ ਭੁੱਲ ਜਾਂਦੇ ਨੇ। ਕਹਿੰਦੇ ਕਬੀਰ ਭਲੀ ਭਰੀ ਬੜਾ ਚੰਗਾ ਹੋਇਆ, ਜੋ ਭਉ ਭਰਿਆ ਤੇਰਾ ਭੈ ਮੇਰੇ ਮਨ 'ਚ ਆ ਗਿਆ। ਦਿਸ਼ਾ ਗਈ ਸਭ ਭੂਲ,
ਹੁਣ ਖੱਬੇ ਸੱਜੇ ਜਿਹੜੇ ਦੇਖਦੇ ਸਾਂ ਉਹ ਸਭ ਕੁਝ ਭੁੱਲ ਗਿਆ। ਔਰਾ ਗਰ, ਔਰਾ ਦਰ ਤਾਂ ਆਪਾਂ ਸਮਝਦੇ ਔਲੇ, ਗੜੇ, ਬਰਫ਼ ਦਾ ਟੁਕੜਾ। ਕਹਿੰਦੇ ਨੇ ਹੁਣ ਹੈ ਤਾਂ ਵਿਚਾਰਾ ਪਾਣੀ ਦਾ ਹੀ ਰੂਪ, ਜੰਮ ਗਿਆ ਨਾ। ਕਹਿੰਦੇ ਨੇ ਜਿਸ ਪਾਣੀ ਦੇ ਗੜੇ ਤੇ, ਪਾਣੀ ਦੇ ਟੁਕੜੇ, ਵਾਹਿਗੁਰੂ ਜੰਮੀ ਬਰਫ਼ ਦੇ ਟੁਕੜੇ ਤੇ ਸੂਰਜ ਦੀਆਂ ਕਿਰਨਾਂ ਪੈਣ, ਉਹ ਤਾਂ ਖੁਸ਼ੀ ਮਨਾਏਗਾ ਨਾ ਕਿ ਕਿਰਨ ਦਾ ਸੇਕ ਹੈ, ਪਰ ਦੁਬਾਰਾ ਫਿਰ ਮੈਂ ਉਹਦੇ ਵਿੱਚ ਮਿਲ ਚੱਲਿਆ ਜਿੱਥੋਂ ਮੈਂ ਵਿਛੜਿਆ। ਕਹਿੰਦੇ ਪਰਮਾਤਮਾ ਤੇਰਾ ਭੈ ਸੱਚੀ ਗੱਲ ਹੈ ਕਿ ਮੇਰੇ ਅੰਦਰ ਇਹ ਪੈਦਾ ਕਰਦਾ ਹੈ। ਮੈਂ ਹਉਮੈ ਵੱਲੋਂ ਪਿਘਲ ਪਿਘਲ ਕੇ ਤੇਰੇ ਨਾਲ ਮਿਲ ਰਿਹਾ ਹਾਂ। ਕਬੀਰ ਭਲੀ ਭਰੀ ਜੋ ਭਉ ਭਰਿਆ, ਦਿਸ਼ਾ ਗਈ ਸਪੂਲ, ਔਰਾ ਗਰ ਪਾਣੀ ਪਿਆ, ਜਾਏ ਮਿਲਿਓ ਢਲ ਕੂਲ। ਆਰਚ ਮਿਲ ਗਿਆ। ਦੂਸਰਾ ਸ਼ਲੋਕ ਹੈ ਗੁਰੂ ਅੰਗਦ ਦੇਵ ਜੀ ਦਾ, ਜਿੰਨਾ ਭਾਉ, ਨਹੀਂ ਇਹ ਨਹੀਂ, ਜਿੰਨਾ ਭਾਉ ਤਿਨ ਨਾਹੇ ਭਾਉ, ਮੁੱਚ ਭਾਉ ਨਿਭਾਵਿਆ। ਫਿਰ ਸੁਣਿਓ ਤੁਕ, ਜਿੰਨਾ ਭਾਉ ਤਿਨ ਨਾਹੇ ਭਾਉ, ਇੱਕੋ ਸ਼ਬਦ ਹੀ। ਜਿਨ੍ਹਾਂ ਅੰਦਰ ਪਰਮਾਤਮਾ ਦਾ ਭੈ ਪੈਦਾ ਹੋ ਜਾਏ, ਉਹਨਾਂ ਅੰਦਰ ਸੰਸਾਰ ਦਾ ਕੋਈ ਭੈ ਨਹੀਂ। ਜਿੰਨਾ ਭਾਉ ਤਿਨ ਨਾਹੇ ਭਾਉ, ਮੁੱਚ ਭਾਉ ਨਿਭਾਵਿਆ। ਮੁੱਚ ਦਾ ਅਰਥ ਬਹੁਤ ਜ਼ਿਆਦਾ, ਨਿਭਾਵਿਆਂ ਦਾ ਅਰਥ ਜਿਹੜੇ ਰੱਬ ਦੇ ਭੈ ਤੋਂ ਆਕੀ ਨੇ। ਅਸੀਂ ਨਹੀਂ ਮੰਨਦੇ, ਮਹਾਰਾਜ ਕਹਿੰਦੇ ਡਰਦੇ ਪਏ ਨੇ। ਮੁੱਚ ਭਾਉ, ਮੁੱਚ ਭਾਉ ਦਾ ਅਰਥ ਬਹੁਤ ਵੱਡਾ ਭਾਉ, ਨਿਭਾਵਿਆਂ। ਤੇ ਮਹਾਰਾਜ ਦੁਨੀਆ ਤੇ ਸਮਝਦੇ ਨਹੀਂ। ਸਤਿਗੁਰੂ ਕਹਿੰਦੇ ਨੇ ਨਾਨਕ ਇਹ ਪਟੰਤਰਾ ਤਿਤ ਦੀਵਾਨ ਗਿਆ। ਜਦੋਂ ਰੱਬ ਦੇ ਘਰ 'ਚ ਬੰਦਾ ਕੋਈ ਜਾਂਦਾ ਫਿਰ ਪਤਾ ਲੱਗੇਗਾ ਉਹਦਾ ਭੈ ਕੀ ਹੈ। ਫਿਰ ਮੈਂ ਬੇਨਤੀ ਕਰਾਂਗਾ, ਜਦੋਂ ਕੋਈ ਪਰਮਾਤਮਾ ਦੇ ਭੈ 'ਚ ਜੀਂਦਾ, ਨਿਰਮਲ ਭਾਉ 'ਚ, ਫਿਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਸ ਭਾਉ 'ਚ ਦੁੱਖ ਨਹੀਂ, ਉਹਦੇ 'ਚੋਂ ਸੁੱਖ ਜਨਮ ਲੈਂਦਾ। ਇਹਨੂੰ ਸਾਹਿਬ ਨੇ ਕਿਹਾ ਊਟਤ ਸੁਖੀਆ ਬੈਠਤ ਸੁਖੀਆ, ਭਾਉ ਨਹੀਂ ਲੱਗ ਗਏ, ਸੰਸਾਰ ਦਾ ਭੈ ਨਹੀਂ ਲੱਗਦਾ। ਜਾਂ ਐਸੇ ਬੁਝੀਆ, ਜਦੋਂ ਕੋਈ ਨਿਰਭਉ ਹੋ ਜਾਏ ਤੇ ਨਿਰਭੈਤਾ ਉਮਰ ਦੀ ਮੁਥਾਜ ਨਹੀਂ। ਕਹੀਏ ਵੀ ਜਿਹੜਾ ਨਿਰਭਉ ਅਵਸਥਾ ਹੈ ਨਾ ਜੀ, ਇਹਨੂੰ ਗੁਰਬਾਣੀ 'ਚ ਅਭੈ ਪਦ ਦਾਨ ਵੀ ਕਿਹਾ। ਇਹਨੂੰ ਗੁਰੂ ਗ੍ਰੰਥ ਸਾਹਿਬ 'ਚ ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ ਡਿਗੈ ਨਾ ਡੋਲੇ, ਦ੍ਰਿੜ ਕਰਿਓ। ਇਹਨੂੰ ਸੁਖਮਨੀ ਸਾਹਿਬ 'ਚ ਕਿਹਾ ਪ੍ਰਭ ਕੈ ਸਿਮਰਨ ਨਿਸ਼ਚਲ ਆਸਨ। ਹੁਣ ਨਿਰਭੈਤਾ ਦਾ ਸੰਬੰਧ ਉਮਰ ਨਾਲ ਨਹੀਂ। ਕਈ ਬੰਦੇ ਸੱਚੀ ਗੱਲ ਜੇ ਕੱਦ ਕਾਟ ਕਰਕੇ ਬੜੇ ਹੱਟੇ ਕੱਟੇ ਹੁੰਦੇ ਨੇ, ਅੰਦਰੋਂ ਇੰਨੇ ਕਮਜ਼ੋਰ ਹੁੰਦੇ ਨੇ, ਕੰਬਦੇ ਨੇ। ਦੁਨੀ ਚੰਦ ਤੇ ਬਚਿੱਤਰ ਸਿੰਘ ਦਾ ਸਰੀਰ ਇੱਕੋ ਜਿਹਾ, ਇੱਕ 5 ਫੁੱਟ ਦਾ, ਇੱਕ 6.5 ਫੁੱਟ ਦਾ। ਫਿਰ ਬੇਨਤੀ ਸੁਣਿਓ, ਜਿਸ ਅੰਦਰ ਨਿਰਮਲ ਭਾਉ ਪਰਮਾਤਮਾ ਦਾ, ਉਹ ਸੰਸਾਰ ਦੇ ਭੈ ਤੋਂ ਸੱਚੀ ਮੁੱਚੀ ਮੁਕਤ। ਤੇ ਆਪਣੀ ਤਵਾਰੀਖ ਦਾ ਕੋਈ ਪੰਨਾ ਪੜ੍ਹ ਕੇ ਦੇਖੋ ਪਿਆਰਿਓ, ਸਿੱਧੀ ਜੀ ਗੱਲ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਲੈ ਲਓ। ਮੈਂ ਇਹ ਨਹੀਂ ਕੋਈ ਸਾਕਾ ਸੁਣਾਉਣ ਲੱਗਾ। ਇੱਕ ਭੈ ਹੈ ਪਰਮਾਤਮਾ ਦਾ, ਗੁਰੂ ਦਾ। ਜਦੋਂ ਪੇਸ਼ ਹੁੰਦੇ ਨੇ, ਵਜ਼ੀਰ ਖਾਂ ਪੁੱਛਦਾ ਇੱਕ ਗ੍ਰੰਥ ਹੈ ਜੀ ਕਥਾ ਗੁਰੂ ਜੀ ਕੇ ਸੁਤਨ ਕੀ, ਆਪਾਂ ਇਹਦਾ ਜ਼ਿਕਰ ਸਰਹੰਦ ਵੀ ਕੀਤਾ ਸੀ। ਉੱਥੇ ਭਰੀ ਕਚਹਿਰੀ 'ਚ ਪੁੱਛਿਆ ਜਾਂਦਾ ਤੁਸੀਂ ਕੌਣ, ਤੇ ਉਹ ਬੜੇ ਸੋਹਣੇ ਸ਼ਬਦ ਦਿੰਦੇ ਨੇ। ਕਹਿਣ ਲੱਗੇ ਗੋਬਿੰਦ ਸਿੰਘ ਕੇ ਪੂਤ ਹਮ ਦਾਦੀ ਗੁਜ਼ਰੀ ਪਾਹੇ, ਜ਼ੋਰਾਵਰ ਸਿੰਘ ਫਤਿਹ ਸਿੰਘ ਨਾਮ ਹਮਾਰੇ ਆਹੇ। ਉਸ ਭਰੀ ਕਚਹਿਰੀ 'ਚ ਕੋਈ ਹੈ ਹਮਦਰਦੀ ਪ੍ਰਗਟ ਕਰਨ ਵਾਲਾ? ਹਾਂ ਦਾ ਨਾਰਾ ਮਾਰਿਆ ਵੀ ਚਲਾ ਗਿਆ। ਉਮਰ ਦੇਖੋ ਗੁਰਮੁਖੋ 7 ਸਾਲ ਤੇ 9 ਸਾਲ ਦੀ ਉਮਰ ਹੈ। ਜੇ ਕਿਹਾ ਜਾਂਦਾ ਵੀ ਅਜੇ ਤੁਹਾਡੀ ਉਮਰ ਕੁਛ ਨਹੀਂ, ਕਿ ਤੁਸੀਂ ਜ਼ਿੰਦਗੀ ਨੂੰ ਮੁਹੱਬਤ ਨਹੀਂ ਕਰਦੇ? ਤੇ ਅੱਗੋਂ ਡਾਕਟਰ ਬਲਬੀਰ ਸਿੰਘ ਨੇ ਗੱਲ ਲਿਖੀ, ਕਹਿੰਦੇ ਨੇ ਬਾਬਾ ਫਤਿਹ ਸਿੰਘ ਜੀ ਨੇ ਕਿਹਾ ਕਰੋੜਾਂ ਸਾਲ ਅੰਨ ਖਾ ਕੇ ਜੀਣ ਨਾਲੋਂ ਚੰਗਾ ਹੈ ਇੱਕ ਨਿਮਕ ਬੰਦਗੀ ਵੀ ਜੀ ਜਾਓ। ਨਿਮਕ ਦਾ ਜੀਣਾ ਕਰੋੜਾਂ ਸਾਲ ਤੋਂ ਬਹੁਤ ਉੱਚਾ ਹੋ ਜਾਂਦਾ ਹੈ। ਇੱਕ ਨਿਮਕ ਜੋ ਸਿਮਰਨ ਮੈਂ ਜੀਆ, ਗੁਰੂ ਗ੍ਰੰਥ ਸਾਹਿਬ 'ਚ ਕਰੋੜਾਂ ਸਾਲ ਜੀਣ ਨਾਲੋਂ ਇੱਕ ਨਿਮਕ ਜੀਣਾ ਚੰਗਾ ਬੰਦਗੀ 'ਚ। ਦੇਖੋ ਇਹ ਕੱਲੀ ਕਹਾਣੀ ਨਹੀਂ, ਇਹ ਗੁਰੂ ਗੋਬਿੰਦ ਸਿੰਘ ਦੇ ਲਖ ਤੇ ਜ਼ਿਗਰ ਉਹਨਾਂ ਦਾ ਖੂਨ 'ਚ ਭਿੱਜਾ ਇਤਿਹਾਸ, ਇਮੋਸ਼ਨਲ ਕਰ ਲਈ ਨੇ। ਅੱਲਾ ਯਾਰ ਖਾਂ ਜੋਗੀ ਲਿਖਦਾ ਇੰਨੀ ਨਿਰਭੈਤਾ, ਨੀਆਂ 'ਚ ਖਲੋਤੇ ਹੋਏ ਵੀ ਸ਼ਬਦ ਕਹਿ ਰਹੇ ਸਨ ਕਿ ਸੱਚ ਕੋ ਮਿਟਾਓਗੇ तो मिटोगे जहान से, डरता नहीं है अकाल शहनशाह की शान से, उपदेश अपना सुन लो जरा दिल के कान से, कह रहे हैं हम तुमको खुदा की जुबान से। क्यों? क्योंकि ਜਦੋਂ ਜਿਉਂ-ਜਿਉਂ ਜਿਸ ਨੂੰ ਜਪੋਗੇ ਪਿਆਰੇ ਉਹਦੇ ਵਰਗੇ ਹੋਣਾ। ਮੈਂ ਤਾਂ ਇੱਥੇ ਥੋੜਾ ਜਿਹਾ ਜ਼ੋਰ ਦਿੱਤਾ ਹੈ, ਪਰਮਾਤਮਾ ਦਾ ਭੈ ਸਾਰਿਆਂ ਤੇ ਵੇ, ਪਰ ਉਹ ਆਪ ਨਿਰਭਉ ਹੋਵੇ।
ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ। ਇੱਕ ਸਵਾਲ ਪੈਦਾ ਹੋ ਗਿਆ ਸੀ ਭੈ 'ਚ। ਫਿਰ ਵਾਹਿਗੁਰੂ ਜੀ ਨਿਰਭਉ ਨੇ, ਇੱਥੇ ਫਿਰ ਸਤਿਗੁਰੂ ਕਹਿੰਦੇ ਨੇ ਇੱਕ ਕੰਮ ਕਰ, ਹੈ ਤੂੰ ਭੈ 'ਚ, ਉਹਦੇ ਭੈ 'ਚ ਰਹਿ ਕੇ ਨਿਰਭਉ ਨੂੰ ਜਪ, ਤੇ ਤੈਨੂੰ ਲਿਖ ਕੇ ਦੇ ਦੇਣੇ, ਇੱਕ ਦਿਨ ਤੂੰ ਵੀ ਭੈ ਤੋਂ ਮੁਕਤ ਹੋ ਕੇ ਨਿਰਭਉ ਹੋ ਜਾਏਗਾ। ਇਸੇ ਨੂੰ ਸਤਿਗੁਰੂ ਨੇ ਬਾਣੀ 'ਚ ਕਿਹਾ, ਨਿਰਭਉ ਜਪੈ ਸਗਲ ਭਉ ਮਿਟੈ, ਸਭ ਡਰ ਚਲੇ ਗਏ। ਇਸ ਨੂੰ ਗੁਰੂ ਰਾਮਦਾਸ ਜੀ ਨੇ ਫਰਮਾਇਆ, ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਇਸੇ ਕਰਕੇ ਕਬੀਰ ਸਾਹਿਬ ਨੇ ਕਿਹਾ, ਮਨ ਨਾ ਡਿਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ, ਪਰਿਪੂਰਨ ਪਰਮਾਤਮਾ ਦੇ ਭੈ 'ਚ। ਇਹਨੂੰ ਫਿਰ ਸੁਣਿਓ, ਇਸ ਭੈ ਨੂੰ ਅਸੀਂ ਮਹਿਸੂਸ ਕਰੀਏ। ਹਾਲਾਂਕਿ ਮੈਂ ਕੱਲ ਵੀ ਕਿਹਾ ਸੀ, ਕੈਮਰੇ ਤੋਂ ਸਾਰੇ ਡਰਦੇ ਆ, ਕਿਉਂਕਿ ਪਤਾ ਹੈ ਸਭ ਕੁਝ ਇਹਨੇ ਨੋਟ ਕਰ ਦੇਣਾ ਤੇ ਕਈ ਦਿਨਾਂ ਦੀ ਰਿਕਾਰਡਿੰਗ ਮਿਲ ਜਾਣੀ। ਪਰ ਪਿਆਰਿਓ, ਇੱਕ ਸ਼ਬਦ ਹੈ ਚਿੱਤਰ ਗੁਪਤ, ਠੀਕ ਹੈ। ਭਾਵੇਂ ਉਹ ਕਿਹਾ ਵੀ ਮੈਂ ਤੇ ਦਰਦ ਕਈ ਵਾਰੀ ਕਰਨਾ ਹੁੰਦਾ, ਉਹ ਗੁਪਤ ਤੇਰੇ ਖਿਆਲ ਜਿਹੜੇ ਤੇਰੇ ਬੱਚਿਆਂ ਨੂੰ ਵੀ ਪਤਾ ਨਹੀਂ, ਰੱਬ ਤਾਂ ਉਹਨਾਂ ਗੁਪਤ ਚਿੱਤਰਾਂ ਨੂੰ ਵੀ ਜਾਣਦਾ ਪਿਆ ਹੈ, ਤੇਰੇ ਅੰਦਰ ਕੀ ਕੁਛ ਪਿਆ ਹੈ। ਭਾਵੇਂ ਕਿ ਚਿੱਤਰ ਗੁਪਤ, ਲੇਖਾ ਲਿਖਣ ਵਾਲਾ ਕਿਹਾ ਗਿਆ ਚਿੱਤਰ ਤੇ ਗੁਪਤ, ਪਰ ਉਹ ਤੇਰੀਆਂ ਗੁਪਤ ਤਸਵੀਰਾਂ ਜਿਨ੍ਹਾਂ ਨਾਲ ਸਮਾਜ ਨੂੰ ਪਤਾ ਨਹੀਂ, ਜਿਨ੍ਹਾਂ ਦਾ ਪਰਿਵਾਰ ਨੂੰ ਪਤਾ ਨਹੀਂ। ਫਿਰ ਇੱਕ ਭੈ ਕਿਉਂ ਨਹੀਂ ਤੂੰ ਜੀ ਲੈਂਦਾ? ਇਹ ਮਨ ਮਤ ਜਾਣਾ ਹਰ ਦੂਰ ਹੈ, ਇੱਕ ਭੈ ਹੈ ਸਦਾ ਵੇਖਾ ਦੂਰ, ਸਦ ਸੁਣਦਾ ਸਦ ਵੇਖਦਾ ਸ਼ਬਦ ਰਹਾ ਭਰਪੂਰ। ਤਉ ਦੀਵਾਨਾ ਜਾਣੀਐ ਜਾਂ ਭੈ ਦੀਵਾਨਾ ਹੋਏ, ਉਹਦੇ ਭੈ 'ਚ ਜਾਂ ਭੈ ਦੀਵਾਨਾ ਹੋਏ। ਇੱਕ ਹੀ ਸਾਹਿਬ ਬਾਰਾ ਦੂਜਾ ਅਵਰ ਨਾ ਜਾਣੇ, ਕੋਈ ਇੱਕ ਸਾਈਂ ਤੋਂ ਬਿਨਾ। ਹੁਣ ਇਸੇ ਭੈ ਦਾ ਜ਼ਿਕਰ ਭਗਤਾਂ ਨੇ ਵੀ ਕੀਤਾ, ਉਹਨੂੰ ਡਰਾਵਣੀ ਸ਼ਕਲ ਦੂਜੀ ਨਹੀਂ ਲੈਣਾ। ਕਹਿਣ ਲੱਗੇ, ਇੱਕ ਆਪੀਨੈ ਪਤਲੀ ਸ਼ਹਿ ਕੇਰੇ ਬੋਲਾ। ਬਾਬਾ ਫਰੀਦ ਸਾਹਿਬ ਜੀ, ਬੇੜਾ ਬੰਦ ਨਾ ਸਕਿਓ ਬੰਧਨ ਕੀ ਬੇਲਾ। ਇੱਕ ਆਪੀਨੈ ਪਤਲੀ ਦਰ ਤੇ, ਇੱਕ ਤਾਂ ਮੈਂ ਆਤਮਿਕ ਪੱਖੋਂ ਕਮਜ਼ੋਰ ਖਾਂ, ਦੂਜੇ ਮੇਰੇ ਖਸਮ ਦੇ ਬੋਲ ਕਿਵੇਂ ਮੈਂ ਸਹਾਂਗੀ। ਇੱਕ ਆਪੀਨੈ ਪਤਲੀ ਸ਼ਹਿ ਕੇਰੇ ਬੋਲਾ, ਦੁੱਧਾ ਥਣੀ ਨਾ ਆਵੀ ਫਿਰ ਹੋਏ ਨਾ ਮੇਲਾ। ਇੱਕ ਵਾਰੀ ਥਣਾ 'ਚ ਤੋਇਆ ਹੋਇਆ ਦੁੱਧ ਉਹ ਵਾਪਸ ਕਦੀ ਨਹੀਂ ਜਾਂਦਾ। ਉਹ ਮਣਾ ਤੂੰ ਕਰ ਬੰਦਗੀ, ਜ਼ਿੰਦਗੀ 'ਚ ਨਿਕਲੇ ਹੋਏ ਸਵਾਸ ਨੇ ਵਾਪਸ ਨਹੀਂ ਜਾਣਾ, ਦੁੱਧਾ ਥਣੀ ਨਾ ਆਵੇ। ਇਹਨੂੰ ਕਬੀਰ ਸਾਹਿਬ ਨੇ ਕਿਹਾ, ਥਰ ਹਰ ਕੰਪੈ ਬਾਲਾ ਜੀਓ, ਇਹ ਹੈ ਨਿਰਮਲ ਭਉ। ਦੇਖੋ ਫਿਰ ਬੇਨਤੀ ਸੁਣਿਓ, ਕਬੀਰ ਸਾਹਿਬ ਕਿਸੇ ਦੀ ਪਰਵਾਹ ਨਹੀਂ ਕੀਤੀ। ਮੈਂ ਇੱਕ ਵਾਰੀ ਇੱਥੇ ਕਿਹਾ, ਉਸ ਵਰਗਾ ਭਗਤ ਮਹਾਂਪੁਰਖ ਸਾਰੀ ਜ਼ਿੰਦਗੀ ਉਹ ਬਨਾਰਸ 'ਚ ਰਹੇ। ਬਨਾਰਸ 'ਚ ਬੈਠੇ ਲੋਕਾਂ ਨੂੰ ਕਹਿੰਦੇ ਰਹੇ, ਉਹ ਇਸ ਗੰਗਾ 'ਚ ਡੱਡੂ ਨਹਾਉਂਦੇ ਜਿਹਦੇ ਤੇ ਤੁਸੀਂ ਨਹਾਉਣ ਆ ਗਏ ਹੋ। ਇਹਦੇ ਕਿਨਾਰੇ ਬੈਠੇ ਹੋਏ ਪਖੰਡੀ ਜੇ, ਜਿਨ੍ਹਾਂ ਕੋਲ ਤੁਸੀਂ ਪੈਸੇ ਦੇ ਕੇ ਜਾਂਦੇ ਹੋ। ਅਖੀਰਲੇ ਸਮੇਂ ਮਗਰ ਚਲੇ ਗਏ, ਜਿਹਦਾ ਅੱਜ ਕੱਲ੍ਹ ਨਾਮ ਕਬੀਰ ਨਗਰ ਰੱਖ ਦਿੱਤਾ ਗਿਆ ਯੂਪੀ ਸਰਕਾਰ ਵੱਲੋਂ। ਪਰ ਕਮਾਲ ਦੀ ਗੱਲ, ਜਿਹੜਾ ਸਾਰੀ ਜ਼ਿੰਦਗੀ ਸੱਚ ਦੀ ਗੱਲ ਕਰਦਾ ਰਿਹਾ, ਇੱਕ ਪਾਸੇ ਕਬੀਰ ਦਿਓਰਾ ਹੈ, ਇੱਕ ਪਾਸੇ ਸਮਾਧ ਦੇ, ਦੋ ਨੇ ਜੀ, ਤੇ ਵਿੱਚ ਕੰਧ ਤੇ ਉੱਤੇ ਜਾ ਕੇ ਲਿਖਿਆ, ਜਿਹੜੇ ਕਬੀਰ ਪੰਥੀ ਨੂੰ ਲਿਖਿਆ, ਕਬੀਰ ਇੱਕ ਸ਼ਰੀਰ ਕਾ ਨਾਮ ਨਹੀਂ, ਕਬੀਰ ਇੱਕ ਕ੍ਰਾਂਤੀ ਹੈ। ਤੇ ਮੇਰੇ ਮਨ 'ਚ ਆਇਆ, ਕ੍ਰਾਂਤੀ ਕਾਹਦੀ ਪੈਦਾ ਕੀਤੀ? ਦੋਵੇਂ ਦਾਵਾ ਕਰੀ ਜਾ ਰਹੇ ਨੇ। ਚਲੋ ਠੀਕ ਹੈ, ਅਸੀਂ ਸ਼ਰਧਾ ਵਾਲੇ ਕਹਾਂਗੇ, ਉਹ ਮੁਸਲਮਾਨ ਕਹਿੰਦੇ ਨੇ ਸਾਡਾ, ਹਿੰਦੂ ਕਹਿੰਦੇ ਨੇ ਸਾਡਾ। ਜਿਵੇਂ ਅਸੀਂ ਗੁਰੂ ਨਾਨਕ ਸਾਹਿਬ ਦੀ ਗੱਲ ਕਰਨੇ ਆ ਨਾ ਜੀ, ਉੱਥੇ ਕਰਤਾਰਪੁਰ ਦੀ, ਚਲੋ ਆਪੋ ਆਪਣੇ ਖਿਆਲ ਨੇ। ਜੋ ਮਹਾਂਪੁਰਖ ਅਵਤਾਰੀ ਪੁਰਸ਼ ਦੱਸਣ ਹੁੰਦਾ ਹੈ ਨਾ, ਖਿਮਾ ਕਰਿਓ, ਲੋਕ ਉਹਦੇ ਅਰਥ ਹੋਰ ਕਰਨ ਲੱਗ ਪੈਂਦੇ। ਕਬੀਰ ਜੈਸਾ ਮਹਾਂਪੁਰਖ ਕਿਸੇ ਤੋਂ ਨਹੀਂ ਡਰੇ, ਹਾਥੀ ਤੋਂ ਨਹੀਂ ਡਰੇ, ਉਹਨਾਂ ਦੇ ਆਪਣੀ ਹੱਡ ਬੀਤੀ, ਸਾਕਤ ਦੀ ਪਰਵਾਹ ਨਹੀਂ ਕੀਤੀ। ਪਰ ਇੱਕ ਸ਼ਬਦ ਹੈ, ਥਰ ਹਰ ਕੰਪੈ ਬਾਲਾ ਜੀਓ, ਮੇਰਾ ਅੰਦਰ ਬਾਲੜੀ ਦਾ ਕੰਬਦਾ ਪਿਆ ਕਿਉਂ? ਨਾ ਜਾਣੂ ਕਿਆ ਕਰਸੀ ਪੀਓ, ਰਹਿਣ ਗਈ ਮਤ ਦਿਨ ਪੀ ਜਾਏ, ਭਵਰ ਗਏ ਬਗ ਬੈਠੇ ਆਏ। ਕਦੀ ਇਸ ਭਉ ਨੂੰ ਅਸੀਂ ਮਹਿਸੂਸ ਕਰੀਏ। ਰਹਿਣ ਗਈ, ਰਾਤ ਹੁੰਦੀ ਹੈ ਕਾਲੀ, ਜਵਾਨੀ ਦੇ ਦਿਨਾਂ 'ਚ ਹੁੰਦੇ ਨੇ ਕੇਸ ਕਾਲੇ, ਇਸ ਤਰ੍ਹਾਂ ਹੈ ਨਾ ਜੀ, ਤੇ ਦਿਨ ਹੁੰਦਾ ਚਿੱਟਾ। ਹੁਣ ਸੱਚੀ ਗੱਲ, ਜੇ ਲੋਕੀ ਧੱਕੇ ਨਾਲ ਦਿਨ ਨੂੰ ਕਾਲਕ ਕਰੀ ਬੈਠੇ ਨੇ, ਦਿਨ ਨੂੰ ਬੱਤੀਆਂ ਬੁਝਾਉਣ ਨਾਲ। ਮੈਂ ਸਿੱਧੀ ਗੱਲ ਜੀ, ਸਾਡੇ ਬੰਦੇ ਅੰਮ੍ਰਿਤਧਾਰੀ ਬੰਦੇ ਦੇਖਣੇ ਜੀ, ਨੇ ਗੁੱਸਾ ਨਾ ਕਰਿਓ, ਕੋਈ ਸੱਚਾਈ ਜੇ। ਉਹ ਸੋਚਦੇ ਨੇ ਚਲੋ ਨਾ ਥੋੜ੍ਹਾ ਬਹੁਤਾ ਰੰਗ ਰੁੰਗ ਲਾਓ, ਸ਼ਾਇਦ ਮੌਤ ਢਲ ਜਾ। ਮੈਂ ਇੱਕ ਦਿਨ ਕਿਹਾ, ਕਣਕ ਸਾਡੇ ਪੱਕਦੀ ਏ, ਹੁਣ ਸਪਰੇਅ ਘੋਲ ਕੇ ਹਰੇ ਰੰਗ ਦੀ ਸਿੱਟਿਆਂ ਉੱਤੇ ਮਾਰ ਦਈਏ ਵੀ ਅਸੀਂ ਹਰੇ ਰਹਿਣਾ, ਸਪਰੇਅ ਕਰ ਦਿਓਗੇ ਨਾਲ ਨੇ ਫਿਰ ਵੀ ਟੁੱਟ ਜਾਣਾ, ਕਿਉਂਕਿ ਕਮਜ਼ੋਰ ਹੋ ਗਈ।
शेख सादी कहता है बुढ़ड़ी ਨੂੰ ਤੂੰ ਆਪਣਾ ਸਿਰ ਰੰਗੀ ਬੈਠੀ ਐ, ਇਹਦਾ ਤੇ ਹੱਲ ਹੋ ਗਿਆ, ਉਸ ਰੀੜ ਦੀ ਹੱਡੀ ਦਾ ਕੀ ਕਰੇਂਗੀ ਜਿਹਦੇ ਵਿੱਚ ਬੈਂਡ ਪੈ ਚੱਲਾ ਹੈ। ਉਹ ਸਿੱਧਾ ਕਰਾ ਕੇ ਦੇਖੀ ਕਿ ਡਾਕਟਰ ਕਰ ਦੂ ਸਿੱਧਾ। ਮੇਰੀ ਇੱਕ ਬੇਨਤੀ ਹੈ, ਤੇ ਰਹਿਣ ਗਈ ਜਦੋਂ ਕਾਲੇ ਕੇਸ ਸਨ, ਜਵਾਨੀ ਦਾ ਸਮਾਂ ਸੀ, ਉਹ ਚਲਾ ਗਿਆ। ਮਤ ਦਿਨ ਪੀ ਜਾਏ ਮਤਾਂ ਕਿਤੇ ਦਿਨ ਦਾ ਅਰਥ ਚਿੱਟੇ ਕੇਸ ਦਿਨ ਚਿੱਟਾ ਹੈ। ਰਹਿਣ ਗਈ ਮਤ ਦਿਨ ਵੀ ਚਾਹੇ ਭਵਰ ਗਏ ਬਗ ਬੈਠੇ ਆਏ ਥਰ ਹਰ ਕੰਪੈ ਬਾਲਾ। ਜਿਹਨੂੰ ਬੁਢੇਪਾ ਆ ਗਿਆ, ਹੁਣ ਇਸ ਨੂੰ ਨਿਰਮਲ ਭਾਵ ਨਹੀਂ ਕਹਾਂਗੇ ਤੇ ਹੋਰ ਕੀ ਕਹਾਂਗੇ। ਜਦੋਂ ਇਨਸਾਨ ਦੇ ਅੰਦਰ ਸੁੱਤਿਆਂ ਕਿਤੇ ਆਵਾਜ਼ ਪੈਦਾ ਹੋ ਜਾਏ, ਮਨਾ ਸਾਰੀ ਜ਼ਿੰਦਗੀ ਲੰਘ ਗਈ। ਇਹਨੂੰ ਕਬੀਰ ਸਾਹਿਬ ਦੇ 3 ਸ਼ਲੋਕਾਂ 'ਚ ਦੇਖੋ, ਇਹ ਵੀ ਇੱਕ ਭੈ ਜੇ ਨਿਰਮਲ। ਕਬੀਰ ਸੂਤਾ ਕਿਆ ਕਰੈਂ ਜਾਗ ਰੋਏ ਭੈ ਦੁੱਖ, ਉੱਥੇ ਸ਼ਬਦ ਭੈ ਵਰਤੇ। ਜਾ ਕਾ ਬਾਸਾ ਗੋਰ ਮੈਂ ਸੋ ਕਿਉਂ ਸੋਵੈਂ ਸੁਖ। ਉਹ ਕਬਰਾਂ ਸੌਣ ਵਾਲੇ ਕਦੀ ਸੁੱਖ ਨਾ ਸੌਂਦੇ ਨੇ। ਕਬੀਰ ਸੂਤਾ ਕਿਆ ਕਰੈਂ ਬੈਠਾ ਰਹੋ ਅਰ ਜਾਗ, ਜਾ ਕੇ ਸੰਗ ਤੇ ਵਿਛੜਾ ਤਾਹੀਂ ਕਹਿ ਸੰਗ ਲਾਗ। ਕਬੀਰ ਸੂਤਾ ਕਿਆ ਕਰੈਂ ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋਡ ਪਸਾਰ। ਮੈਂ ਖੈਰ ਪਰ ਕਰਨ ਚ ਰਹਿਣੇ, ਜੇ ਕੱਲੀ ਭੈ ਤੇ ਆਪਾਂ ਬੋਲਣਾ ਹੋਵੇ ਤੇ ਹਫਤਾ ਸਿਰ ਵਿੱਚ ਸ਼ਲੋਕ ਦੀ ਕਥਾ ਹੋਵੇਗੀ। ਖੈਰ ਮੇਰੀ ਮਜਬੂਰੀ ਹੈ, ਮੈਂ ਵਿਆਖਿਆ ਕਰਨੀ ਚਾਹੁੰਦਾ ਇਹਨਾਂ ਦੀ। ਸਗਲਿਆਂ ਭਉ ਲਿਖਿਆ ਸਿਰਲੇਖ, ਜੋ ਕੁਝ ਪਰਮਾਤਮਾ ਨੇ ਪੈਦਾ ਕੀਤਾ ਹਰ ਚੀਜ਼ ਉਹਦੇ ਭੈ ਵਿੱਚ ਹੈ। ਉਹ ਭੈ ਤੋਂ ਰਹਿਤ, ਇਉਂ ਕਹਿ ਲੋ ਹਰ ਉਹਦੀ ਬਣਾਈ ਹੋਈ ਚੀਜ਼ ਸਵਤੰਤਰ ਨਹੀਂ, ਇਹ ਪ੍ਰਤੰਤਰ ਹੈ, ਇਹ ਕਿਸੇ ਦੇ ਅਧੀਨ ਹੈ। ਪਰ ਜਿਨਨੇ ਪੈਦਾ ਕੀਤੀ ਹੈ, ਚੇਤੇ ਰੱਖਿਓ, ਕਿਸੇ ਦੇ ਅਧੀਨ ਨਹੀਂ। ਉਹ ਰੱਬ ਤਾਂ ਸਵਤੰਤਰ ਹੈ। ਹਾਂ, ਜੇ ਥੋੜਾ ਜਿਹਾ ਬਾਣੀ 'ਚ ਗਹਿਰਾਈ 'ਚ ਜਾਓਗੇ ਨਾ, ਮੈਂ 1-2 ਪ੍ਰਮਾਣ ਦੇ ਦੇਣਾ, ਉਹਨੂੰ ਸ਼ਰੀਕੇ ਨਾਲ ਨਹੀਂ ਲੈਣਾ। ਰੱਬ ਸਵਤੰਤਰ ਹੈ। ਜਦੋਂ ਅਕਾਲ ਸ਼ਬਦ ਆ ਗਿਆ ਨਾ, ਅਕਾਲ ਸ਼ਬਦ ਨੇ ਕਹਿ ਦਿੱਤਾ ਵੀ ਭਲੇ ਲੋਕੋ ਉਹ ਟਾਈਮਲੈਸ। ਜੇ ਟਾਈਮ ਵਿੱਚ ਬੱਧਾ ਹੋਇਆ ਬੰਦਾ ਪਰਤੰਤਰ ਹੁੰਦਾ, ਉਹ ਸਵਤੰਤਰ ਹੈ, ਉਹ ਕਿਸੇ ਦੇ ਅਧੀਨ ਨਹੀਂ। ਪਰ ਗੁਰੂ ਗ੍ਰੰਥ ਸਾਹਿਬ 'ਚ ਪਾਠ ਕਰਦੇ ਆ, ਮਹਾਰਾਜ ਕਹਿੰਦੇ ਨਹੀਂ, ਹਰ ਚੀਜ਼ ਤੇਰੇ ਅਧੀਨ ਹੈ। ਜਿਹੜਾ ਤੇਰੇ ਭੈ 'ਚ ਤੇਰੇ ਚਰਨ ਪਕੜ ਲੈਂਦਾ, ਤੂੰ ਭਗਤੀ ਕਰਨ ਵਾਲੇ ਦੇ ਅਧੀਨ ਹੋ ਜਾਣਾ। ਇਹ ਸ਼ਬਦ ਹੈ ਨਾ ਜੀ, ਨਾ ਤੂੰ ਆਵੇਂ ਵਸ ਬਹੁਤ ਘਿਣਾਵਣੇ, ਨਾ ਤੂੰ ਆਵੇਂ ਵਸ ਵੇਦ ਪੜ੍ਹਾਵਣੇ। ਉਹਦੇ ਅਖੀਰ 'ਚ ਮੈਂ ਅਖੀਰ ਵਾਲੀ ਤੁਕ ਲਾਂਗਾ, ਸਭ ਕੋ ਤੇਰਾ ਵਸ ਅਗੰਮ ਅਗੋਚਰਾ, ਤੂੰ ਭਗਤਾਂ ਕਹਿ ਵਸ। ਹੈ ਉਹ ਸਵਤੰਤਰ, ਪਰ ਭਗਤੀ ਕਰਨ ਵਾਲੇ ਦੇ ਵੀ ਵਸ ਹੋ ਜਾਂਦਾ। ਮੇਰੀ ਬੰਦੀ ਭਗਤ ਛੁਡਾਵੇ। ਹਜ਼ੂਰ ਕਹਿ ਰਹੇ ਨੇ ਹਰ ਇੱਕ ਉੱਤੇ ਉਹਨੇ ਆਪਣੇ ਭੈ ਦੀ ਛਾਪ ਛੱਡੀ, ਮੇਰੇ ਤੇ, ਤੁਹਾਡੇ ਤੇ, ਸਾਡੇ ਬੱਚਿਆਂ ਤੇ। ਆ ਜੋ ਕੁਝ ਸੰਸਾਰ ਵਿੱਚ ਹੈ ਹਰ ਚੀਜ਼ ਉਹਦੇ ਭੈ 'ਚ। ਕੱਲ ਅਸੀਂ ਪੜ੍ਹਿਆ ਗ੍ਰਹਿ ਉਹਦੇ ਭੈ 'ਚ ਚੱਲਦੇ ਪਏ ਨੇ, ਸੂਰਜ ਉਹਦੇ ਭੈ 'ਚ ਚੱਲਦਾ ਪਿਆ, ਚੰਦਰਮਾ ਉਹਦੇ ਭੈ 'ਚ। ਪਰ ਬੰਦੇ ਨੇ ਜਿੰਨੀ ਉਹਦੇ ਬਣਾਏ ਹੋਏ ਵਿਧਾਨ ਵਿੱਚ ਛੇੜਖਾਨੀ ਕੀਤੀ, ਇੰਨੀ ਇਹਨੇ ਮੌਤ ਨੂੰ ਆਵਾਜ਼ ਮਾਰੀ। ਭਾਵੇਂ ਇਹਨੇ ਵਾਤਾਵਰਨ ਨੂੰ ਛੇੜਿਆ, ਭਾਵੇਂ ਇਹਨੇ ਆਪਣੀ ਬਾਡੀ ਦੀ ਖੁਰਾਕ ਨੂੰ ਛੇੜਿਆ। ਜੋ ਉਹਨੇ ਨੇਮ ਬਣਾਇਆ ਸੀ, ਜਿਹੜੇ ਪੂਰਵਜ ਸਾਡੇ ਰਹਿੰਦੇ ਸਨ, ਇੰਨੀਆਂ ਬਿਮਾਰੀਆਂ ਨਾਲ ਗ੍ਰਸੇ ਨਹੀਂ ਸਨ। ਕਿਸੇ ਨੂੰ ਸ਼ੂਗਰ ਸੀ, ਕਿਸੇ ਨੂੰ ਕਹਿੰਦਾ ਸੀ ਮੇਰਾ ਹਾਰਟ ਦੀ ਆਹ ਕੰਮ ਹੋ ਗਿਆ ਨਹੀਂ। ਕਿਉਂਕਿ ਜਿਸ ਮਾਂ ਦੀ ਕੁੱਖ 'ਚ ਤੁਸੀਂ ਪਲਦੇ ਹੋ, ਜੇ ਉਸ ਕੁੱਖ ਨੂੰ ਬੰਦਾ ਛੇੜਨ ਸ਼ੁਰੂ ਕਰ ਦੇਗਾ, ਉਸ ਕੁੱਖ 'ਚੋਂ ਜਨਮ ਲੈਣ ਵਾਲਾ ਬੱਚਾ ਰੋਗ ਨਹੀਂ ਹੋ ਸਕੇਗਾ। ਆ ਕੁਦਰਤ ਸਾਡੀ ਕੁੱਖ, ਇਹਨੂੰ ਬੰਦੇ ਨੇ ਛੇੜਿਆ। ਇਹਨੂੰ ਰੱਬ ਦੇ ਭੈ ਚੱਲਣ ਦਿਓ, ਜਿਵੇਂ ਚੱਲਦੀ ਉਹਦੀ ਖੇਡ ਚੱਲੇ। ਹਜ਼ੂਰ ਕਹਿੰਦੇ ਨੇ ਉਸ ਪਰਮਾਤਮਾ ਨੇ ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ, ਉਹਨੂੰ ਕਿਸੇ ਦਾ ਡਰ ਨਹੀਂ। ਨਿਰੰਕਾਰ ਸੱਚ ਏਕ, ਇੱਕੋ। ਹੁਣ ਅਗਲਾ ਸਵਾਲ ਉੱਠਿਆ ਵੀ ਵੱਡੀਆਂ ਵੱਡੀਆਂ ਸ਼ਕਤੀਆਂ ਵਾਲੇ ਵੀ ਉਹਦੇ ਅਧੀਨ ਨੇ, ਇਹਨੂੰ ਦਵੈਸ਼ 'ਚ ਨਹੀਂ ਲਿਜਾਣਾ। ਦੇਖੋ, ਜਦੋਂ ਕਿਤੇ ਹਿੰਦੂਇਜ਼ਮ ਦਾ ਪ੍ਰਮਾਣ ਹੁੰਦਾ ਨਾ, ਪਲੀਜ਼ ਮੈਂ ਬੇਨਤੀ ਕਰਾਂਗਾ ਕਿਸੇ ਦੇ ਇਸ਼ਟ ਦਾ ਮਜ਼ਾਕ ਨਾ ਉਡਾਈਏ। ਕਿਉਂਕਿ ਅਸੀਂ ਖੁਸ਼ ਕਰ ਲਈ ਨਾ ਵੀ ਛਿੱਲ ਲਾ ਦੀ। ਜਦੋਂ ਕਥਾ ਕਰਨ ਤੋਂ ਬਾਅਦ ਕਹਿੰਦਾ ਅੱਜ ਮੈਂ ਫਲਾਣੇ ਬੰਦੇ ਦੀ ਛਿੱਲ ਲਾ ਕੇ ਆਇਆ, ਮੈਂ ਕਹਿੰਦਾ ਸੱਚੀ ਮੁੱਚੀ ਤੈਨੂੰ ਕਥਾ ਕਹਾਰ ਕਰਨ ਦਾ ਹੱਕ ਨਹੀਂ ਸੀ। ਕਥਾਵਾਚਕ ਛਿੱਲ ਲਾਂਦਾ ਨਹੀਂ ਪਿਆਰਿਓ, ਉਹ ਤਾਂ ਛਿੱਲਿਆਂ ਹੋਇਆਂ ਉੱਤੇ ਵੀ ਮਲਮ ਲਾ ਦਿੰਦਾ ਹੈ। ਆਪੋ ਆਪਣੇ ਖਿਆਲ ਨੇ। ਹੁਣ ਅੱਗੇ ਸਤਿਗੁਰੂ ਇਸ ਸ਼ਲੋਕ ਨੂੰ ਖਤਮ ਕਰਕੇ ਕਿ ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਅੱਗੇ ਹੈ ਮਹੱਲਾ ਪਹਿਲਾ। ਉਸ ਸ਼ਲੋਕ ਨੂੰ ਫਿਰ ਅੱਗੇ ਤੋਰਦੇ ਹਾਂ। ਦੂਜੇ ਸ਼ਲੋਕ 'ਚ ਨਾਨਕ ਨਿਰਭਉ ਨਿਰੰਕਾਰ, ਸਿਰਫ ਇੱਕ ਭੈ ਤੋਂ ਰਹਿਤ ਨਿਰੰਕਾਰ ਹੈ। ਅਗਲੇ ਸ਼ਬਦ
ਹੋਰ केते निरंकार तो बिना, एक तो बिना। केते दा अर्थ है कई। राम रवाल शब्द आया रवाल, रवाल दा अर्थ है धूड़ी, आखाक। कहते सिर्फ एक परमात्मा ही भय तो मुक्त है। सिर्फ एक श्री रामचंद्र अयोध्या च पैदा हुए रामचंद्र नहीं। इनू मैं तां थोड़ा जिहा कहन लगा क्योंकि असी अपनी सुरत नूं थोड़ा जिहा गुरु दे शब्द च डेगीए। हुण एक रामचंद्र हिंदुस्तान च होए, अयोध्या की धरती ते जन्म होया, जो कह रहे सीता हरण होया, जंग किया, उहदा जिक्र बाणी च बड़ी बारी आया। राम गयो रावण गयो जांको बहु परिवार। पर सतगुरु कहते ने एक राम नहीं, तुसी अपनी सुरत नूं चुक के किते ज्ञान खंड विच पहुंचो, पता नहीं इहो जिहा किन्ने कु राम जेड़े रब दे चरनां दी धूड़ विच बैठे हुए। फिर बेनती सुनियो, नानक निरभो निरंकार होर केते। केते दा अर्थ हजार नहीं, केते दा अर्थ लख नहीं, केते दा अर्थ कई, कई दा अर्थ अनगिनत। होर केते राम रवाल, राम वर्गे पता नहीं किन्ने कु परमात्मा दे सामने तुच्छ ने। परमात्मा दी शक्ति दा मुकाबला कोई अवतारी पुरुष करेगा? थोड़ा जाओ इनू देखी। गुरु ग्रंथ साहिब नू जदों तुसी पढ़ोगे, सच्चे पातशाह सीमा की गल करते हुए भी असीम तक ले जाते। हुण लोक 14 के बिकै जग जाप ही जे जाप, जाप साहिब 14 लोक जिहड़ा 14 तबक इस्लाम का एक कंसैप्ट है। 7 पशाल ते 7 आकाश ते अरशो कुरशो शब्द भी उहदा है। अरशों कुरशो झटिया शब्द भी उन्हां दा। हुण 7 पताल ते 7 आकाश, गुरु साहब ने इस रचना नूं देखिया, 14 का जिक्र किया। पर यदा मतलब ये नहीं कि गुरु साहब 14 की सीमा च बंधते पे। उन्हें क्या सिर्फ 7? मेरे गुरु ने क्या नहीं, लखा ने। ओड़क ओड़क भाल थके ने, उहदा अंत नहीं। जिहड़ा आप शब्द पढ़ते हो, पाताला पाताल लख आगासां आगाश, ओड़क ओड़क भाल थके वेद कहण इक बात। भाई गुरदास साहब कहते ने बगदाद गए दस्तगीर ने गल कहा सी, कहंदा इन्हें पाताला आकाश लख ओड़क भाली खबर सुनाई। ये ओड़क की गल सुना दी तुसी कि लखां पताल ते लखां आकाश 7 माने आ। बाबा जी ने मुस्कुरा के कहा, जिदी नज़र नूं 7 दिसे वो 7 की गल करी गया, जिदी नज़र लखां तक गई वो लखां की गल करी गया, पर वो लखां तो भी अगे ने। मेरी बेनती है, उस असीम नूं ओड़क भाली खबर सुनाई। फिर दुरायन दस्तगीर असां भी देखा जो तो पाई। कहते सानू भी दिखा, जेड़े पतालां लखां दा आगासां दी तू गल करना, उंज कथा वाली गुरमुखो सुणांदे कोई नहीं जे गल। वो डरदे ने इत्थे दी कला आ जानी, करामात आ जानी, भजने असी। सतगुरु ने कहा तू नहीं देख सकता। दस्तगीर कहना मैनू दिखा। हजूर कहने तू नहीं देख सकता। क्यों? कहने लगे तेरा ज्ञान ही तेरे खौमे की दीवार बनया पे, तेरा बेटा देख सकता निर्मल है। वो पौड़ी इस तरह है ना जी। फिर दुरायन दस्तगीर असां भी देखा जो तो पाई, नाल लिता बेटा पीर दा, अखी मीट गया हवाई। हुण इनू आउण वाले समय जिदन साइंस सिद्ध करेगी, असीं सब तो पहला प्रमाण देना। साडा बाबा जी तो पहले ही कह गए। अज तो पहला हुण जिहड़ा शब्द का कंसैप्ट है आकाश नाल संबंधित, असीं 5 तत्तां की गल करके कहने हो आकाश तत्त जे, ते इहदा जिहड़ा गोणियो शब्द है, शब्द का ज्ञान इंद्रा साडे कंन ने। इस्लाम ने नहीं मन्निया आकाश नूं तत्त, पर साडी गुरमत ने भावां कि एक कंसैप्ट 6 शास्त्रां विचों सांख्या शास्त्र विचों हुंदा। शब्द आकाश तो बिना चल ही नहीं सकता। फिर अगला सवाल उठता भी साडी बॉडी विच आकाश तत्त कित्थे? मैं बेनती करा, जे स्पेस ना होवे, मेरे तुहाडे श्वास अंदर बाहर किवें जाण? जे आकाश ना होवे, आ खाना जिहड़ा खाने अंदर कित्थे जाए? यही कारण कि मरन पिया होया बंदा, उहदे मूँह च पानी पाओ, इक्को दम पानी बैक आ जाए, असीं कहने मर गया। क्यों? क्योंकि आकाश वाला तत्त निकल गया। जो आकाश तत्त नहीं तो पानी जाएगा कित्थे? स्पेस ही नहीं अंदर। फिर बेनती सुनियो, शब्द आकाश विच बड़ी तेजी नाल चलदा। हुण साडे फोन ने, फोनां ने गल सिद्ध कर दित्ती। एक शब्द बोलने आ, मिनट शब्द तो बड़ा वड्डा है जी, सकिंट च कित्थे दा कित्थे पहुँच गया।
ਜੇ ਇਸ ਆਕਾਸ਼ ਵਿੱਚ, ਇਸ ਸਪੇਸ ਵਿੱਚ ਬੋਲਿਆ ਹੋਇਆ ਸ਼ਬਦ ਰੇਡੀਓ ਦੀ ਤਰੰਗ ਬਣੇ, ਟੀਵੀ ਦੀ ਜਾਂ ਮੋਬਾਈਲ ਦੀ, ਕਿੱਥੋਂ ਸਬਰ ਕਰਦਾ ਖਿੰਨ ਵਿੱਚ, ਕਿੱਥੇ ਜਾ ਪਹੁੰਚਦਾ ਪਿਆਰਿਓ, ਜਦੋਂ ਕਿਸੇ ਦੀ ਸੁਰਤ ਸ਼ਬਦ ਵਿੱਚ ਜੁੜ ਜਾਏਗੀ, ਉਹ ਧਰਤੀ ਤੇ ਬੈਠ ਕੇ ਬੋਲੇਗਾ ਤੇ ਉਹਦਾ ਸ਼ਬਦ ਰੱਬ ਦੀ ਦਰਗਾਹ ਤੱਕ ਸੁਣਿਆ ਜਾਏਗਾ। ਜਾਂ ਕਾ ਕਹਿਆ ਦਰਗਾਹ ਚੱਲੇ, ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਸ਼ਬਦ ਕਰੇਗਾ ਕੰਮ ਉੱਤੇ ਉਹਾਂ। ਮੈਂ ਫਿਰ ਬੇਨਤੀ ਕਰਾਂਗਾ, ਸਤਿਗੁਰੂ ਨੇ ਕਿਹਾ ਤੂੰ ਨਹੀਂ ਦੇਖ ਸਕਦਾ, ਨਾਲ ਲਿੱਤਾ ਬੇਟਾ ਪੀਰ ਦਾ, ਅੱਖੀ ਮੀਟ ਗਿਆ ਹਵਾਈ, ਪਾਤਾਲਾਂ ਆਕਾਸ਼ ਲੱਖ, ਅੱਖ ਫੁਰਾਕ ਵਿੱਚ ਸਭ ਦਿਖਲਾਈ। ਸਭ ਕੁਝ ਦਿਖਾ ਦਿੱਤਾ ਅੱਖ ਝਮਕਣ 'ਚ। ਹੁਣ ਸਤਿਗੁਰੂ ਨੇ ਕਿਹਾ ਵੀ ਨਹੀਂ, ਉਹਦੀ ਰਚਨਾ ਨੂੰ ਤੁਸੀਂ ਸੀਮਾ 'ਚ ਨਾ ਬੰਨੋ। ਪਰ ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ, ਅੱਜ ਵੀ ਅਸੀਂ ਵਿਚਾਰ ਕਰ ਰਹੇ ਸਾਂ, ਗੁਰਮੁਖੋ ਸ਼ਬਦ ਪੜ੍ਹੋ, ਬਾਣੀ ਪੜ੍ਹੋ, ਸਿਮਰਨ ਕਰੋ, ਪਰ ਪਲੀਜ਼ ਕਦੀ ਵੀ ਰੂਹਾਨੀਅਤ ਦੇ ਸੱਚ ਨੂੰ ਆਪਣੇ ਸ਼ਬਦਾਂ ਤੱਕ ਸੀਮਤ ਮਤ ਕਰੋ। ਉਹ ਸੀਮਾ 'ਚ ਨਹੀਂ, ਉਹ ਅਸੀਮ ਹੈ। ਉਹਦੀ ਗੱਲ ਮੈਂ ਬਾਅਦ 'ਚ ਕਰਾਂ, ਪਹਿਲਾਂ ਜਿਹੜੀ ਉਹਨੇ ਰਚਨਾ ਬਣਾਈ, ਇਹਦਾ ਅੰਤ ਕੋਈ ਪਾ ਲਏਗਾ? ਤੁਸੀਂ ਰੋਜ਼ ਸੋਹਿਲਾ ਸਾਹਿਬ 'ਚ ਪੜ੍ਹਦੇ ਹੋ, ਤੇਰਾ ਦਾਨੇ ਕੀਮਤ ਨਾ ਪਵੇ, ਤੇਰੇ ਤੇ ਦਿੱਤੇ ਹੋਏ ਦਾਨ ਦਾ ਕੋਈ ਓੜਕ ਨਹੀਂ, ਤਿਸ ਦਾਤੇ ਕਮਨ ਸ਼ੁਮਾਰ, ਰੱਬ ਦੀ ਗਿਣਤੀ ਕਿੰਨੇ ਕਰ ਲੈਣੀ। ਕੋਈ ਉਸ ਅਸੀਮ ਦਾ ਅੰਤ ਨਹੀਂ ਪਾ ਸਕਦਾ। ਫਿਰ ਬੇਨਤੀ ਸੁਣਿਓ, ਉਹਨਾਂ ਕਿਹਾ ਸਤਿਗੁਰੂ ਨੇ ਕਿਹਾ ਲੱਖ। ਹੁਣ ਅਗਲੀ ਸਮੱਸਿਆ ਕੀ ਹੋਗੀ, ਹਿੰਦੁਸਤਾਨ ਵਿੱਚ ਖਾਸ ਕਰਕੇ ਤ੍ਰੈ ਦੇਵਤੇ ਮੰਨੇ, ਬ੍ਰਹਮਾ ਵਿਸ਼ਨ ਤੇ ਮਖੇਸ਼। ਤੇ ਮੈਂ ਇੱਕ ਵਾਰ ਕਿਹਾ ਸੀ, ਸਭ ਤੋਂ ਜ਼ਿਆਦਾ ਹਿੰਦੁਸਤਾਨ 'ਚ ਮੰਦਰ ਸ਼ਿਵ ਜੀ ਦੇ ਨੇ। ਬ੍ਰਹਮਾ ਦਾ ਸਿਰਫ ਇੱਕੋ ਮੰਦਰ ਜੇ ਪੂਰੇ ਇੰਡੀਆ 'ਚ। ਸ਼ਿਵ ਜੀ ਦਾ ਤੁਸੀਂ ਥਾਂ ਥਾਂ ਤੇ ਦੇਖ ਦਿਓ, ਚਰਸਤੇ ਸ਼ਿਵ ਜੀ। ਸ਼ਮਸ਼ਾਨ ਘਾਟ 'ਚ ਕਦੀ ਬ੍ਰਹਮਾ ਦਾ ਮੰਦਰ ਦੇਖਿਆ ਤੁਸੀਂ? ਸ਼ਿਵ ਜੀ ਦੇ ਹੀ ਨਾ। ਕਿਉਂ? ਬੰਦਾ ਬੜਾ ਚਲਾਕ ਜੇ, ਉਹਨਾਂ ਨਾਲ ਵੀ ਪਲਟੀ ਮਾਰਦਾ। ਬ੍ਰਹਮਾ ਦਾ ਕੰਮ ਹੈ ਜੰਮਣਾ, ਜਦੋਂ ਮੈਨੂੰ ਜੰਮ ਹੀ ਦਿੱਤਾ, ਹੁਣ ਤੇਰੇ ਨਾਲ ਕੰਮ ਕੀ ਮੇਰਾ? ਪੈਦਾ ਹੋ ਗਿਆ, ਕੰਮ ਖਤਮ। ਸ਼ਿਵ ਜੀ ਦਾ ਕੰਮ ਹੈ ਮਾਰਨਾ। ਜਿਹੜਾ ਸੰਘਾਰ ਵਾਲਾ ਉਹਦੇ ਤੋਂ ਡਰਦਾ, ਛਿੱਤਰਾਂ ਤੋਂ, ਸੱਚੀ ਗੱਲ, ਜਿਹਨੂੰ ਥਾਂ ਥਾਂ ਪੂਜਦਾ, ਕਿਉਂਕਿ ਮੌਤ ਦਾ ਦੇਵਤਾ ਹੈ। ਉਹ ਕਹਿ ਰਹੇ ਨੇ। ਪਰ ਗੁਰੂ ਸਾਹਿਬ ਨੇ ਕਿਹਾ ਨਹੀਂ, ਇਹ ਤਾਂ ਉਹਦੇ ਦਰ ਤੇ ਧੂੜਾਂ ਜੀਆਂ ਨੇ, ਇਹ ਤਾਂ ਉਹਦੇ ਦਰ ਤੇ ਕਿਣਕੇ ਜੇ ਡਿੱਗੇ ਫਿਰਦੇ ਨੇ। ਇਸੇ ਨੂੰ ਸਤਿਗੁਰੂ ਨੇ ਕਲੀਅਰ ਕਰਦਿਆਂ ਕਿਹਾ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਤਿੰਨੇ ਕਹਿੰਦੇ ਦਿੱਤੇ, ਪਰ ਸਤਿਗੁਰੂ ਕਹਿੰਦੇ ਇਹਨਾਂ ਦੇ ਹੱਥ ਤੇ ਕੁਝ ਨਹੀਂ। ਜਿਵ ਤਿਸ ਭਾਵੈ ਤਿਵੇਂ ਚਲਾਵੈ, ਇੱਕ ਓੰਕਾਰ ਵਾਹਿਗੁਰੂ। ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੈ ਫਰਮਾਨ ਉਹ ਵੇਖੈ, ਉਹਨਾਂ ਨਦਰ ਨਾ ਆਵੇ। ਕਿਉਂਕਿ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ, ਵਿੱਚ ਹਉਮੈ ਕਾਰ ਕਮਾਈ। ਜਿਹੜੇ ਖੁਦ ਤ੍ਰੈ ਗੁਣਾਂ ਦੇ ਰੋਗੀ ਨੇ, ਸਾਡਾ ਰੋਗ ਕੱਟ ਦੇਣਗੇ। ਫਿਰ ਬੇਨਤੀ ਹੈ ਧਿਆਨ ਨਾਲ ਸੁਣਿਓ, ਉਹ ਵੇਖਾ ਉਹਨਾਂ ਨਦਰ ਨਾ ਆਵੇ, ਬਹੁਤਾ ਇਹ ਵੇਡਾਨ। ਸਤਿਗੁਰੂ ਨੇ ਕਿਹਾ ਨਹੀਂ, ਜੇ ਰਾਮਚੰਦਰ ਜੀ ਅਵਤਾਰ ਨੇ, ਪਰ ਤੂੰ ਕਹਿ ਵੀ ਸਿਰਫ ਇਹੀ ਰੱਬ ਨੇ ਮੈਨੂੰ ਬਖਸ਼ ਦਿਆ ਜੇ। ਗੁਰਮਤ ਨੂੰ ਸਮਝੋ। ਇੱਕ ਵਾਰ ਮੈਂ ਇੱਥੇ ਅਕਾਲ ਦੀ ਪੂਜਾ ਬਾਰੇ ਕਿਹਾ ਸੀ, ਸਿੱਖ ਤੱਤ ਨਹੀਂ ਪੂਜਦਾ, ਸਿੱਖ ਟਾਈਮ ਨੂੰ ਨਹੀਂ ਪੂਜਦਾ। ਧਿਆਨ ਨਾਲ ਸੁਣਿਓ, ਉਸ ਟਾਈਮ ਨੂੰ ਸਫਲ ਕਰਦਾ। ਸਿੱਖ ਪੱਥਰ ਦੀਆਂ ਮੂਰਤੀਆਂ ਨਹੀਂ ਪੂਜਦਾ, ਸਿੱਖ ਦੇਵੀ ਦੇਵਤੇ ਨਹੀਂ ਪੂਜਦਾ, ਸਿੱਖ ਕਿਰਤਮ ਨੂੰ ਨਹੀਂ ਪੂਜਦਾ, ਉਹ ਅਕਾਲ ਨੂੰ ਪੂਜਦਾ। ਪਰ ਅਕਾਲ ਨੂੰ ਵੀ ਸ਼ਬਦ ਦਾ ਸਹਾਰਾ ਲੈ ਕੇ ਪੂਜਦਾ ਹੈ, ਕਿਉਂਕਿ ਪਰਚਾ ਸ਼ਬਦ ਨਾਲ ਪਾਉਂਦਾ ਹੈ। ਹੁਣ ਗੁਰੂ ਗ੍ਰੰਥ ਸਾਹਿਬ ਜਦੋਂ ਅਸੀਂ ਪੜ੍ਹਨੇ ਹਾਂ, 2 ਖੰਡਾਂ ਦਾ ਸਿਰ ਮੈਂ ਪਾਠ ਕਰਾਂਗਾ, ਉਹਦੇ ਅਰਥ ਨਹੀਂ ਜ਼ਿਆਦਾ, ਇਹ ਤੇ ਸੌਖੇ ਹੋ ਜਾਣਗੇ ਅਰਥ ਕਰਨੇ ਨਾ ਇਸ ਸ਼ਬਦ ਦੇ। ਕਿਤੇ ਕੋ ਰਾਮਚੰਦਰ ਵਰਗੇ ਉਹਦੇ ਚਰਨਾਂ ਦੀ ਧੂੜ ਨੇ। ਹਜ਼ੂਰ ਦਾ ਪਹਿਲਾ ਖੰਡ ਹੈ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵੀ ਧਰਤੀ ਥਾਪ ਰੱਖੀ ਧਰਮਸਾਲ। ਦੇਖਿਓ ਥੋੜਾ ਜਿਹਾ, ਰਾਤਾਂ ਰੁੱਤਾਂ ਥਿੱਤਾਂ ਤੇ ਵਾਰ, ਪੌਣ ਪਾਣੀ ਅਗਨੀ ਤੇ ਪਤਾਲ, ਇਹਦੀਆਂ ਦਾਤਾਂ ਨੇ ਨਾ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ। ਧਰਤੀ ਚੇਤੇ ਰੱਖਿਓ ਧਰਮ ਕਮਾਉਣ ਵਾਸਤੇ ਬਣੀ ਸੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬਣਾਈ ਧਰਮ ਕਮਾਉਣ ਲਈ ਸੀ, ਪਰ ਲੁਟੇਰੇ ਕਬਜ਼ਾ ਕਰ ਗਏ। ਕਬੀਰ ਧਰਤੀ ਸਾਧ ਕੀ ਤਸਕਰ ਬੈਸੇ ਗਾਖੇ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਅੱਗੇ ਕੀ ਜੀ? ਤਿਸ ਵਿੱਚ ਜੀ ਜੁਗਤ ਕੇ ਰੰਗ। ਜੀ ਤੇ ਜੁਗਤ 2 ਤਰੀਕੇ ਨੇ। ਜੀ ਦਾ ਅਰਥ ਹੋ ਗਿਆ ਜੀਵਨ, ਜੀਵ ਜੰਤ, ਤੇ ਜੁਗਤ ਦਾ ਅਰਥ ਹੈ ਜੀਣ ਦਾ ਢੰਗ। ਹਰ ਇੱਕ ਦਾ ਰੰਗ ਢੰਗ ਵੱਖਰਾ ਜੀ। ਅਸੀਂ ਪਾਣੀ 'ਚ ਬੱਚਾ ਇਨਸਾਨ ਦਾ ਰੱਖੀਏ, ਮਰ ਜਾਏਗਾ। ਮੱਛੀ ਦਾ ਬੱਚਾ ਪਾਣੀ 'ਚੋਂ ਬਾਹਰ ਕੱਢੋ ਤਾਂ ਮਰ ਜਾਏਗਾ।
ਜਿਹੜੀ ਮੇਰੇ ਵਾਸਤੇ ਖੁਰਾਕ ਹੈ ਉਹ ਕਿਸੇ ਵਾਸਤੇ ਜ਼ਹਿਰ ਹੈ, ਜਿਹੜਾ ਕਿਸੇ ਵਾਸਤੇ ਜ਼ਹਿਰ ਉਹ ਮੇਰੇ ਵਾਸਤੇ ਖੁਰਾਕ ਹੈ। ਜੀਣ ਦੇ ਢੰਗ ਵੱਖਰੇ ਨੇ। ਤਿਸ ਵੀ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ। ਉਹਦੇ ਨਾਮ ਅਨੇਕਾਂ ਨੇ ਜੀਵਾਂ ਦੇ, ਪਰ ਇੱਕ ਗੱਲ ਸਭ ਦੀ ਸਾਂਝੀ, ਜੇ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ, ਸੱਚਾ ਦਰਬਾਰ ਤਿੱਥੈ ਸੋਨ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ ਨਾਨਕ ਗਿਆ, ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋਂ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਖੇਸ਼, ਕੇਤੇ ਬਰਮੇ ਘਾੜਤ ਘੜੀਆਂ ਰੂਪ ਰੰਗ ਕੇ ਵੇਸ, ਕੇਤੀਆਂ ਕਰਮ ਭੂਮੀ ਮੇਰ, ਕੇਤੇ ਕੇਤੇ ਧੂਪ ਦੇਸ਼, केते इंद चंद सूर, केते केते मंडल देश, केते सिद्ध बुद्ध नाथ, केते केते देवी वेश, केते देव दानम मुन, केते केते रतन समुंद, केतियां खाणी केतियां बाणी, केते पात निंद, केतियां सुरती सेवक, केते नानक अंत ना अंत। हुण ज्ञान खंड जदों किसी दी सुरत उडारी मार दीए, वो कहंदा एक ब्रह्मा नहीं जे केते बरमे घाड़त करिए। एक महात्मा बुद्ध नहीं, किन्ने बुद्ध ने। गुरु ग्रंथ साहिब च एक धरू का जिक्र है, अपनी सुरत नूं सिखो चुको। मैनूं याद है भाई वीर सिंह गल कहंदे सन, उच्चा उठ जिमी तो प्यारे, तैनूं खंभ रब ने लाए, ओ क्यों रीड़े गोडियां पर ने जो उड असमानी जाए। तू तो एवें सिखा एडा वड्डा खजाना लैके लुलियां दी तरह इत्थे घूमी जाने। सच्ची गल घूमे पे सी कदी शब्द च उडारी मार। उच्चा उठ जिमी तो प्यारे, तैनूं खंभ रब ने लाए, ओ क्यों रीड़े गोडियां पर ने जो उड असमानी जाए। उच्ची नज़र ते हिम्मत उच्ची, दाइया उच्चा रखी। दाइया शब्द बड़ा साडे पंजाब दा पुराना है, अपनी मंजिल उच्ची रखी, दाइया उच्चा रखी। अरशी तान जिदे कोई पल्ले, सो क्यों पुंजे आए। तू तां आत्मा। हुण तुसीं दसो ज्ञान खंड की है। हुण असीं तां अर्थ ही करने ने जी, जिथे मन की सोच ना ज्ञान खंड च पहुँच गई। मैं कई वारी सोचना प्याए सिखो, जदों सोच मरदी है ज्ञान प्रगट ही उदों हुंदा है। मन की सोच तां मन की सोच फुरने ने। हुण जिहड़ा ये ज्ञान खंड है जी, किन्ने ब्रह्मे सृष्टि रचदे पए ने, किन्ने ध्रुव पैदा कीते ने, किन्ने सिद्ध ने, किन्ने बुद्ध ने, किन्ने नाथ ने। 84 सिद्ध नहीं केवल, पता नहीं अनगिनत सिद्ध ने, बुद्ध ने, नाथ ने। ते मेरा गुरु ग्रंथ साहिब विच बाबा जी 3 वारी बोल के कहंदा, परमात्मा मैं तेरे बूहे ते खलो के गल पुछना पिया, तेरा घर ते दर की हो जाए जिथे एडियां शक्तियां वाले तेरे पानी पे भरदे ने। मैं इस करके प्रमाण दिते, मता कोई समझे सी हिंदुइज्म के खिलाफ जी किसी अवतार की निंदा कर लग्या नहीं। नानक निरभो निरंकार होर, केते राम रवाल, सो दर तेरा कहा, सो घर कहा जित बै सर्व संभाले। वाजे तेरे नाद अनेक संखा, केते तेरे वावण खारे, केते तेरे राग परिशों कई है, केते तेरे गावण खारे। गावन तुदनू नहीं पौन पानी बैसंतर, गावे राजा धर्म द्वारे, गावन तुदनू चित गुप्त लिख जान, लिख लिख धर्म विचारे। मैं एक बेनती करांगा गुरु के सिखो, जिस मेरे बाबे ने इस शब्द च गल सिद्ध कर दी, देवी देवते शक्तियां अनेकां ने, पर गुरु के सिखा मैं तेनू 100 दर ते जोड़ चलिया, 100 दर ते बूआ खड़काई, तेनू 100 पुरख मिलेगा। उस 100 पुरख अगे हर ताकत मिट्टी की तरह रुलदी होवेगी। यही कारण कि जदों असीं 100 पुरख की गल करने, अकाल पुरख असीं तो द्वैत चरित करने ना, वो सीता नूं लै गया रामचंद्र, कृष्ण ने आ कर दिता। मैं बेनती करांगा, मजाक नहीं किसी का उड़ाना, पर इनू सिद्ध करिए। गुरबाणी कह रही कि ये असीम की गल करते हैं, पर वो सवाल उठेगा भी गुरु नानक साहब अपने आप की कहते। होर केते राम रवाल, हो सकता कईयां दे मन च उठिया भी होना, मेरे बाबा जी तो कदी नहीं क्या मैं रब बन के आ गया। हाँ, भट्टा ने क्या, ओदा रूप आया, निरंकार ने एक आकार बनाया। एक समस्या होर, ये जदों अर्थ करने आ, जपियो जिन अर्जुन देव गुरु, दूजे पास आउंदा जप मन सत नाम सदा सतनाम। जदों धन गुरु अर्जुन देव भी बोलोगे तो सत नाम ही जपिया जाना है, क्योंकि अकाल पुरख गुर परमेश्वर दे विच वरतदा है। फिर बेनती है, हुण गुरु साहब नूं पुछो, आ केते राम रवाल महाराज तां कहंदे आ, वाहिगुरू जी तुहाडी गल तां बड़ी उच्ची, मैं तां उन्हां दे चरनां दी धूड़ आ जिहड़े तेरे बूहे ते बह के तैनूं जपदे ने। बद बखत हम चू बखील, सिर्फ गुरु नानक साहब दे प्रमाण लेने।
बद बख्त हम चू बखील गाफिल बेनजर बेबाक, नानक बगोयद जन तुरा तेरे चाकरा पा खाक। जिनके चोले रतड़े प्यारे कंत तिना कै पास, तोड़ तिना की जे मिले जी कहो नानक की अरदास। ना हो जति सती नहीं पढ़िया, मूर्ख मुगदा जन्म भया, परनवत नानक तिन की शरणा जिन तू नाही विसरिया। तेरा नाम निवै रह लिव लाए, नानक तिन दर भीख्या पाए। बेनती है एक शब्द होर कह के, गुरु साहब कहते उच्ची कुल च पैदा होवे, जे रब की बंदगी करे शाबाश उन्होंने होए। चलो हंकार छड़ गया उच्चे घराने का, कहते जेड़ा झौंपड़ी च भी रहे, सारे पिंड दियां ठोकरां भी खाए, इन्ना लोग बेइज्जत करन ते फिर भी कहे परमात्मा मेरा है। सतगुरु कहते हैं इहो जिहा बंदगी करन वाले दे चरनां दा जोड़ा मेरी चमड़ी उतार के बना लिया जे। किते दावा किया नहीं नहीं, मैं तां बेनती की थोड़ा जिहा नूं कि होर केते राम रवाल। गुरु साहब आप कहते मैं तां वह गुरु जी तुहाडे घर दी धूड़ खां, तेरे बंदगी करन वालियां दी धूड़ खां। जात कुलीन सेवक जे होए, तां का कहना कहो ना कोई, विच सनाती सेवक कोई नानक पनिया पैरे सोए। सतगुरु कहते सिर्फ एक वो निरभौख है। पर इत्थे मैं एक बेनती कर दियां, एक रामकली राग का श्लोक है जी, सहंसर दान दे इंद्र रवाया, परशुराम रोवै कर आया, अजय सरोवै भीख्या खाए, ऐसी दरगह मिलै सजाए। रोवै राम निकाला भया, सीता लक्ष्मण बिछड़ गया, लो रोवै दैसिर लंक गवाए, जिन सीता आंदी डोरू वाए। ध्यान नाल सुनियो, मैं हैरान होया, दुख तां बराबर इक्को जिहा हो गया। रोवै राम निकाला भया, सीता लक्ष्मण बिछड़ गया। सीता लक्ष्मण विछड़े ते वह भी रोन लग पिया, ते जिन्हें सीता नूं लुट के लियांदा बाबा नानक कहंदा वह भी भुब्बा मार के रोन लग पिया। फिर ध्यान नाल सुनियो, शब्द दोनों ते इक्को, रोवै राम निकाला भया, सीता लक्ष्मण बिछड़ गया। महाराज कहते ने रोवै दैशिर लंक गवाए, जिन सीता आंदी डोरू आए, जिन्हें गवाई वह भी रोया, जिन्हें पाई वह भी रोया, क्योंकि वह काल दे अधीन ने। जिन्हों असी पूजन लगे हाँ उहदे घर च कभी सोग नहीं हुंदा। पर याद रखियो कृष्ण वर्गे अनेकां कृष्ण हो गए। गुरु गोबिंद सिंह का एक बोल है जी, एक शिव भय एक गए, एक फिर पै रामचंद्र कृष्ण के अवतार भी अनेक हैं। मोहन दी मनार के ते अश्वनी अवतार के ते अंसा अवतार के ते काल बस बैख। जेते राम हुए अंत सोई मुवे। गुरु गोबिंद सिंह महाराज जी दे बोल। मेरी एक बेनती है, सिर्फ भय तो मुक्त अकाल पुरख वाहिगुरू है। बाकी सतगुरु कहते ने एक राम नहीं, पता नहीं किन्ने को राम जेड़े ने रब दे चरनां दी खाक ने, तुच्छ ने। नानक निरभो निरंकार होर केते राम रवाल हजूर बख्शिश करते ने। केतियां कन कहानियां केते वेद विचार, पता नहीं किन्ने को कृष्ण ने, किन्नियां को कृष्ण दियां साखियां ने, किन्ने को वेद ने ते किन्नियां को वेदां दी विचार करने वाले। टाइम हो गया, मैं इत्थे समाप्ति करना क्योंकि टाइम 5 मिनट उत्ते हो गया, मैनू बख्श दिओ। कल नूं मैं सलोक ते पौड़ी यतन करांगा पूरी कर दियां। मैं खब्बे सज्जे बिल्कुल नहीं जा रहा क्योंकि आशा की वार गहरी इन्नी है प्यारिओ। इहदे च टुब्बी मार के देखो, आशा की वार तां सिख की रहत मर्यादा है, सिख का जीवन है आशा की वार। पर इस लड़ी नूं भुल्लिओ ना, मैं इत्थे रुकिया वां। पार ब्रह्म ते कोई भय नहीं, रामचंद्र जी वर्गे अनेकां उहदे दर दी धूड़ ने। कृष्ण वर्गे पता नहीं किन्ने को पैदा किए उन्हें, किन्ने को चले गए, किन्ने को होणगे, पर वो सदा थिर रहेगा। कल नूं असीं विचारांगे रामलीला ते रास लीला, क्योंकि रामलीला च राम जी दे रोल किया जाता है। तो वेखो गुरु साहब ने किरपा की साडे ते, साडे घर च सिख जिउंदे विच गुरु वरतदा है। खालसे जिन्ने तुसीं बैठे हो तुहाडे च गुरु वरतेगा। खालसा मेरो रूप है आकाश। ते एक बंदा निजी भावें संत होवे, भावें कथावाचक होवे, कीर्तनी होवे, जे ये बोलन लग पाए मेरे कल्ले च गुरु गोबिंद सिंह प्रगट हो गया, सिख नहीं जे बर्दाश्त करदे रती जिन्ना। ਉਹਦਾ ਕਾਰਨ है क्योंकि गुरु एक हो के अनेकां च व्यापक है। पर इस लड़ी नूं तुसीं याद रखियो
ਕੱਲ੍ਹ ਨੂੰ ਆਪਾਂ ਜ਼ਰੂਰ ਇਹਨੂੰ ਵਾਚਾਂਗੇ। ਸਭ ਦਾ ਧੰਨਵਾਦ ਜੀ। ਮੇਰੇ ਤੋਂ ਬੋਲਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਕਿਰਪਾ ਕਰਕੇ ਬਖਸ਼ ਦਿਆ ਜੇ, ਕਿਉਂਕਿ ਇਸ ਨਾਲ ਫਿਰ ਪੌੜੀ ਆਵੇਗੀ। ਕਿਹੜਾ ਜਿਹੜਾ ਸਾਨੂੰ ਭੈ ਤੋਂ ਮੁਕਤ ਕਰੇਗਾ, ਉਹਨੂੰ ਫਿਰ ਸਾਹਿਬ ਕਰਨਗੇ, ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਹੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਬਖਸ਼ ਦੇਣੀਆਂ।